ਹੈਲੋ एवरीवन। ਸੋ ਆਪਣੇ ਕੋਲ ਜੋ ਟੌਪਿਕ ਚੱਲ ਰਿਹਾ ਹੈ ਉਹਦੇ ਵਿੱਚ ਕੈਮੀਕਲ ਬੌਂਡਿੰਗ ਦੇ ਵਿੱਚ ਅਸੀਂ ਲਾਸਟ ਲੈਕਚਰ ਦੇ ਵਿੱਚ ਟਰਮਸ ਬਾਰੇ ਸਮਝਿਆ ਸੀ। ਟਰਮਸ એનર્ਜੀ ਲੈਵਲ ਨੂੰ ਸਿਗਨੀਫਾਈ ਮਤਲਬ ਉਹਨੂੰ ਨੇਮਿੰਗ ਦੇਣ ਦੇ ਲਈ ਯੂਜ਼ ਕਰਦੇ ਹਾਂ। ਤੇ એનર્ਜੀ ਲੈਵਲਸ ਜੋ ਜਨਰਲੀ ਸਾਡੇ ਕੋਲ ਐਸ ਪੀ ਡੀ ਆਰਬਿਟਲਸ ਦੇ ਵਿੱਚ ਅਸੀਂ ਪੜ੍ਹਦੇ ਹਾਂ એનર્ਜੀ ਲੈਵਲ ਡਿਫਰੈਂਟ, ਬਟ ਉਹ ਅਟੋਮਿਕ એનર્ਜੀ ਲੈਵਲ ਨੇ। ਤੇ ਉਹ ਸਾਰੇ એનર્ਜੀ ਲੈਵਲ ਜਿਹੜੀ ਇਲੈਕਟ੍ਰੋਨ ਦੀ ਅਲੱਗ-ਅਲੱਗ ਅਰੇਂਜਮੈਂਟ ਹੈ ਉਹਨੂੰ ਉਹ ਨਾਲ ਨਹੀਂ ਜੋੜਦੇ। ਐਸ ਪੀ ਡੀ ਐਫ ਈ ਉਹ ਇਹਨਾਂ 'ਚ ਮਤਲਬ ਬਹੁਤ ਸਾਰੀਆਂ ਲਿਮਿਟੇਸ਼ਨਸ ਨੇ, ਬਹੁਤ ਸਾਰੀਆਂ ਚੀਜ਼ਾਂ ਦੀ ਕੰਟਰੀਬਿਊਸ਼ਨ ਹਲੇ ਨਹੀਂ ਲਈ ਗਈ। ਉਸ ਤੋਂ ਬਾਅਦ ਇਸੇ ਲਈ ਜਿੱਦਾਂ ਜਿੱਦਾਂ ਇਲੈਕਟ੍ਰੋਨਿਕ ਸਪੈਕਟਰਾ ਡਿਵੈਲਪ ਹੋਇਆ, ਇਲੈਕਟ੍ਰੋਨਿਕ ਸਪੈਕਟਰਾ ਮਤਲਬ ਰੇਡੀਏਸ਼ਨ ਦੀ ਮਦਦ ਦੇ ਨਾਲ ਜੋ ਸਿਸਟਮ ਲੋਅਰ એનર્ਜੀ ਤੋਂ ਹਾਇਰ એનર્ਜੀ 'ਚ ਜੰਪ ਕਰ ਰਿਹਾ ਹੈ, ਇਹ ਪਤਾ ਲੱਗਣ ਲੱਗਿਆ। ਤਾਂ ਸਾਨੂੰ ਪਤਾ ਲੱਗਣ ਲੱਗਿਆ ਕਿ ਇੱਥੇ ਅਲੱਗ-ਅਲੱਗ ਅਰੇਂਜਮੈਂਟ, ਜੇ ਇਲੈਕਟ੍ਰੋਨ ਅਲੱਗ-ਅਲੱਗ ਅਰੇਂਜਮੈਂਟ 'ਚ ਹੋਵੇ, ਡਿਫਰੈਂਟ ਅਰੇਂਜਮੈਂਟ 'ਚ ਹੋਵੇ, ਤਾਂ ਵੀ ਉਹਦੀ એનર્ਜੀ ਡਿਫਰੈਂਟ ਹੁੰਦੀ ਹੈ। ਹੰਟਸ ਰੂਲ ਆਫ ਮੈਕਸਿਮਮ ਮਲਟੀਪਲਿਸਿਟੀ ਇੱਥੋਂ ਹੀ ਡਿਰਾਈਵ ਹੋਇਆ, ਜਾਂ ਕਹਿ ਲਓ ਵੀ ਹੰਟਸ ਦਾ ਵੀ ਇਹ 'ਚ ਬਹੁਤ ਕੰਟਰੀਬਿਊਸ਼ਨ ਹੈ। ਜਿਸ ਤਰ੍ਹਾਂ ਇਹ ਹੈ, ਮੰਨ ਲਓ ਡੀ ਆਰਬਿਟਲ, ਇਹਦੇ ਵਿੱਚ 1 2 3 ਇਹ ਵੈਲਿਊ, ਇਹ ml ਵੈਲਿਊ ਹੈ। ਇਸ ਦੀ ਮਲਟੀਪਲਿਸਿਟੀ ਅਗਰ ਅਸੀਂ ਕਾਊਂਟ ਕਰਨੀ ਹੈ, ਮਲਟੀਪਲਿਸਿਟੀ ਲਾਸਟ ਲੈਕਚਰ 'ਚ ਵੀ ਦੱਸਿਆ ਸੀ 2s+1 ਵੈਲਿਊ ਹੁੰਦੀ ਹੈ ਮਲਟੀਪਲਿਸਿਟੀ। ਇਹੀ ਜੇ ਅਰੇਂਜਮੈਂਟ ਥੋੜ੍ਹੀ ਜਿਹੀ ਆਪਾਂ ਚੇਂਜ ਕਰ ਦਈਏ, ਮੰਨ ਲਓ ਇਸ ਤਰ੍ਹਾਂ ਸਪਿਨ ਉੱਪਰ ਥੱਲੇ ਕਰਕੇ ਆਪਾਂ ਅਰੇਂਜਮੈਂਟ ਚੇਂਜ ਕਰ ਦਈਏ ਇਲੈਕਟ੍ਰੋਨਸ ਦੀ, ਤਾਂ ਮਲਟੀਪਲਿਸਿਟੀ 'ਤੇ ਵੀ ਫਰਕ ਪਏਗਾ। ਕਿਵੇਂ ਦੇਖ ਲਓ, ਜਾਂ ਇੱਥੇ ਵੀ ਜਿਵੇਂ ਮਰਜ਼ੀ ਇਹਨੂੰ ਕਰ ਸਕਦੇ ਹਾਂ ਚੇਂਜ। ਇਹ 'ਚ ਐਸ ਸਪਿਨ ਵੈਲਿਊ ਜੋ ਹੈ ਹਾਫ ਪਲੱਸ ਹਾਫ 3/2, ਸਪਿਨ ਵੈਲਿਊ ਐਸ ਵੈਲਿਊ ਹਾਫ ਪਲੱਸ ਹਾਫ 3/2 ਨੂੰ ਇੱਥੇ ਪੁੱਟ ਕਰੋਗੇ ਜਦੋਂ, ਤਾਂ ਤੁਹਾਡੇ ਕੋਲ ਆ ਜਾਏਗਾ 4, 2 × 3/2 + 1, ਤਾਂ ਆ ਜਾਏਗਾ 3 + 1 4। ਸੋ 4 ਮਲਟੀਪਲਿਸਿਟੀ ਆ ਰਹੀ ਹੈ ਇਸ ਸਟੇਟ ਦੀ, ਬਟ ਇਹ ਵਾਲਾ ਸਟੇਟ ਜੋ ਹੈ ਇਹਦੀ ਮਲਟੀਪਲਿਸਿਟੀ ਜਿਹੜੀ ਹੈ ਹਾਫ, ਇਹ ਡਾਊਨ ਸਪਿਨ ਦੇ ਵਿੱਚ ਹੈ -ਹਾਫ, ਇਹ ਫਿਰ ਪਲੱਸ ਸਪਿਨ ਦੇ ਵਿੱਚ ਹੈ +ਹਾਫ। ਸੋ ਇੱਥੇ ਜਿਹੜੀ ਸਪਿਨ ਦੀ ਵੈਲਿਊ ਹੈ ਐਸ ਵੈਲਿਊ ਹਾਫ ਆ ਰਹੀ ਹੈ, ਤੇ 2s+1 ਜੋ ਹੈ 2 ਹੋ ਜਾਏਗਾ। ਸੋ ਸਪਿਨ ਮਲਟੀਪਲਿਸਿਟੀ ਇਸ ਦੀ ਜ਼ਿਆਦਾ ਹੈ, ਇਹਦੀ ਘੱਟ ਹੈ। तो जिन्नी ज़्यादा होंगी है स्पिन मल्टीपलिसिटी, ਆਪਾਂ ਉਹਨੂੰ ਕਹਿੰਦੇ ਆ स्टेबल कॉन्फ़िगरेशन, ਉਹਦੀ એનર્ਜੀ लो होएगी, ਉਹ लोअर એનર્ਜੀ ਚਲਾਈ ਕਰੇਗਾ। सो ਇਹਨਾਂ ਚੀਜ਼ਾਂ ਦੇ ਨਾਲ ਹੀ ਇਹ ਸਾਰੇ रूल्स कनैक्टेड ने। हंट्स रूल ऑफ मैक्सिमम मल्टीपलिसिटी, जिन्नी ज़्यादा मल्टीपलिसिटी होगी वो वाली इलैक्ट्रॉनिक कॉन्फ़िगरेशन स्टेबल होएगी। सो इन्हां स्टेबिलिटी रूल्स ਨੂੰ भी ਅਸੀਂ बड़ी क्विकली देख सकते हैं, ये दोबारा लिख सकते हैं कि स्टेबिलिटी रूल्स किहदे विच ज़्यादा स्टेबिलिटी है, कि घट स्टेबिलिटी है, किहड़ी स्टेट दे विच। सो सब तो पहला पॉइंट है जिद्दां आपां पिछली वीडियो च देखिया सी कि इत्थे स्पिन मल्टीपलिसिटी है ते एल वैल्यू है, ठीक है, ते एक जे वैल्यू इत्थे आउंदी है। इहदे बारे आपां लिख लिया सी, एल वैल्यू है समीशन एम एल वैल्यूज़ तो बनदी है। ये पॉइंट क्लीयर हो चुका है। ए स्पिन मल्टीपलिसिटी है और 2s+1 असी इत्थे लिखते हैं। जे वैल्यू जिहड़ी है ये स्पिन ते ऑर्बिटल कपलिंग तो बनती है, मतलब स्पिन ते ऑर्बिटल कपलिंग, स्पिन एंगुलर मोमेंटम है एंड ऑर्बिटल एंगुलर मोमेंटम है, स्पिन एंगुलर मोमेंटम ऑर्बिटल एंगुलर मोमेंटम।
ਤੇ ਐਂਗੂਲਰ ਮੋਮੈਂਟਮ ਜਿਹੜੀਆਂ ਨੇ ਉਹ अगर एक दूसरे ਨੂੰ ਪ੍ਰਭਾਵਿਤ ਕਰਨ, जिस तरह दो वैक्टर पोटेंशियल ने, पोटेंशियल मतलब फोर्स, दो फोर्सेस एक्ट कर रही ने दो पर्टिकुलर डायरैक्शन दे विच, ਤਾਂ ਉਹ ਜੇ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੀਆਂ ਨੇ ਤਾਂ ਦਰਅਸਲ ਉਹਨਾਂ ਦਾ ਰਿਜ਼ਲਟੈਂਟ ਜਿਹੜਾ ਹੈ ਉਹ ਸਾਨੂੰ ਚੈੱਕ ਕਰਨਾ ਪੈਂਦਾ। ਇਸੇ ਤਰ੍ਹਾਂ ਜੇ ਐਂਗੂਲਰ ਜਿਹੜੀ ਮੋਮੈਂਟਮ ਹੈ, ਆਰਬਿਟਲ ਐਂਗੂਲਰ ਮੋਮੈਂਟਮ ਅਤੇ ਸਪਿਨ ਐਂਗੂਲਰ ਮੋਮੈਂਟਮ ਆਪਸ 'ਚ ਇੱਕ ਦੂਜੇ ਨਾਲ ਇੰਟਰਫੀਅਰ ਕਰਦੀਆਂ ਨੇ। ਇੰਟਰਫੀਅਰ ਕਰਨ ਦੇ ਨਾਲ ਇਹ ਦੋਨੋਂ ਇੱਕ ਦੂਸਰੇ ਨੂੰ ਰੀਇਨਫੋਰਸ ਕਰ ਸਕਦੀਆਂ ਨੇ, मतलब दोनों एक दूजे जो दोनों सिमिलर डायरैक्शन 'ਚ हो ਸਕਦੀਆਂ ਨੇ ਤਾਂ ਐਡ ਅਪ ਹੋ ਜਾਣਗੀਆਂ। ਜਿਵੇਂ ਇਹ ਰਿਜ਼ਲਟੈਂਟ ਹੈ, ਦੋਨੋਂ ਐਡ ਅਪ ਵੀ ਹੋ ਸਕਦੀਆਂ ਨੇ ਤਾਂ L+S ਵੈਲਿਊ ਵੀ ਹੋ ਸਕਦੀ ਹੈ। ਤੇ ਦੋਨਾਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਦੋਨੋਂ डिफरेंट डायरैक्शन 'ਚ ਹੋਣ ਤਾਂ ਇੱਕ ਦੂਸਰੇ ਨੂੰ ਉਹ ਕੈਂਸਲ ਵੀ ਕਰ ਸਕਦੀਆਂ ਨੇ। ਸੋ L-S ਵੈਲਿਊ ਵੀ ਹੋ ਸਕਦੀ ਹੈ। ਤੇ ਇਹਨਾਂ ਦੇ ਵਿਚਕਾਰ ਜਿੰਨੀਆਂ ਵੀ ਕੁਆਂਟਮ ਸਟੇਟਸ ਨੇ ਉਹ ਬਣ ਸਕਦੀਆਂ ਨੇ ਵੀ ਦੋ ਐਂਗੂਲਰ ਮੋਮੈਂਟਮਸ ਆਪਸ ਦੇ ਵਿੱਚ ਜਦੋਂ ਇੰਟਰੈਕਟ ਕਰਦੀਆਂ ਨੇ ਤਾਂ ਉਹੀ ਗੱਲ ਹੈ ਵੀ ਵੇਵਸ ਦਾ ਇੱਕ ਪੈਟਰਨ ਦੀ ਤਰ੍ਹਾਂ ਸਾਨੂੰ ਮਿਲਦਾ ਹੈ, ਜਿਹਦੇ ਵਿੱਚ ਉਹ ਇੱਕ ਦੂਸਰੇ ਨੂੰ ਨਲੀਫਾਈ ਵੀ ਕਰ ਸਕਦੀਆਂ ਨੇ ਤੇ ਉਹ ਵਾਲੀਆਂ ਸਟੇਟਸ ਵੀ ਐਗਜ਼ਿਸਟ ਕਰਦੀਆਂ ਨੇ ਜਿਹਦੇ ਵਿੱਚ ਉਹ ਇੱਕ ਦੂਸਰੇ ਨੂੰ ਰੀਇਨਫੋਰਸ ਮਤਲਬ ਐਡ ਅਪ ਵੀ ਹੋ ਸਕਦੀਆਂ ਨੇ। ਇੱਥੋਂ ਪਰ ਜਿਹੜੀ ਸਭ ਤੋਂ ਸਟੇਬਲ ਹੁੰਦੀ ਹੈ ਸਟੇਟ ਉਹ ਡਿਪੈਂਡ ਕਰਦੀ ਹੈ ਵੀ ਇਹਨਾਂ ਦੋਨਾਂ ਚੋਂ ਕਿਹੜੀ ਐਗਜ਼ਿਸਟ ਕਰਦੀ ਹੈ, ਮਤਲਬ ਸਟੇਬਲ। ਹੁਣ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਕਿ ਹਰ ਇੱਕ ਐਂਟਿਟੀ ਦੀ, ਹਰ ਇੱਕ ਮੈਟਰ ਦੀਆਂ ਕੁਝ ਸਟੇਟਸ ਹੁੰਦੀਆਂ ਨੇ, ਉਹ ਸਟੇਟਸ 'ਚ ਉਹ ਬਦਲਦਾ ਫਲਕਚੁਏਟ ਕਰਦਾ ਰਹਿ ਸਕਦਾ। ਉਵੇਂ ਹੀ ਇਹ ਮੈਟਰ ਵੀ ਫਲਕਚੁਏਟ ਕਰਦਾ ਰਹਿ ਸਕਦਾ ਆਪਣੀ ਸਟੇਟਸ ਦੇ ਵਿੱਚ, ਪਰ ਜਿਹ 'ਚੋਂ ਜ਼ਿਆਦਾ ਸਮੇਂ ਲਈ ਰਹਿੰਦਾ ਹੈ, ਜਿਹ 'ਚ ਪ੍ਰੋਬੇਬਿਲਿਟੀ ਜ਼ਿਆਦਾ ਹੈ ਹੋਣ ਦੀ, ਉਹਦੀ ਸਟੇਬਲ ਸਟੇਟ ਮੰਨੀ ਜਾਂਦੀ ਹੈ। ਸੋ ਇਹਦੀ ਗੱਲ ਦੁਬਾਰਾ ਕਰਾਂਗੇ ਕਿ ਇਹਨਾਂ 'ਚੋਂ ਕਿਹੜਾ ਟਰਮ ਸਿੰਬਲ ਜ਼ਿਆਦਾ ਸਟੇਬਲ ਹੋਏਗਾ, ਕਿਹੜੀ ਅਰੇਂਜਮੈਂਟ ਜ਼ਿਆਦਾ ਸਟੇਬਲ ਹੋਏਗੀ। ਸੋ ਪਹਿਲਾ ਪੁਆਇੰਟ ਤੋਂ ਤਾਂ ਇਹੀ ਹੈ ਕਿ ਜੋ ऑर्बिटल एंगुलर मोमेंटम है कैपिटल L, यदि मैक्सिमम वैल्यू ਆਪਾਂ ਕੋਲ स्टेबल स्टेट प्रोवाइड करती है। स्टेबल स्टेट ਕਿਹੜੀ ਹੁੰਦੀ ਹੈ ਜਿਹ 'ਚ L वैल्यू ज़्यादा ਹੋਵੇ। सो एक सिंपल जी एग्जांपल ਦੇ ਨਾਲ ਆਪਾਂ समझ सकते हैं। देखो मान लो ਆਪਾਂ ਕੋਲ दो इलैक्ट्रॉन्स ने, ठीक है, ML वैल्यूज लिख लिया। दो इलैक्ट्रॉन्स एक इस तरह फील्ड है, दूसरा इलैक्ट्रॉन मान लो इत्थे है, ये अरेंजमेंट डिफरेंट है, ये वाली अरेंजमेंट डिफरेंट है। आप पढ़ते आने क्लासेस दे विच कि ये वाली ज़्यादा स्टेबल है, बट क्यों ज़्यादा स्टेबल है तो किस रूल की वजह करके ज़्यादा स्टेबल है वो देख लो। ਹੁਣ ਇਹ 'ਚ ML वैल्यू कैपिटल L कैलकुलेट करोगे तो समीशन ऑफ ML वैल्यू +2 +1 तो टोटल हो गया 3। कैपिटल L वैल्यू 3 आ रही है, ये कैपिटल L वैल्यू समीशन ऑफ +2 तो 0, एच कैपिटल L वैल्यू 2 आ रही है। ये जो टर्म बनेगा 3 तो जिमें SPD F G 0 1 2 3 4, ठीक है। तो F L वैल्यू 3 के लिए F स्टेट बन रही है, ये L वैल्यू 2 के लिए D स्टेट बनेगी। आप जोड़ा रूल है उपर लिखिया कि जिहदी कैपिटल L वैल्यू ज़्यादा होएगी वो ज़्यादा स्टेबल स्टेट है। सो इन्हां दोनों स्टेट्स को अगर कंपेयर करना है तुहाडे कोल ये वाली स्टेट ज़्यादा स्टेबल होएगी। ये फर्स्ट पॉइंट है स्टेबिलिटी रूल्स दे विच। दूसरा पॉइंट है कि जेकर दो स्टेट्स दे विच कैपिटल L वैल्यू सेम होवे, फॉर एग्जांपल दो इलैक्ट्रॉन मान लो इस तरह फिल किए हुए हैं, इधर असी दो इलैक्ट्रॉन ऑपोजिट स्पिन च फिल कर लेने।
ਇਹਨਾਂ ਦੋਨਾਂ ਅਰੇਂਜਮੈਂਟਸ ਦੇ ਵਿੱਚੋਂ ਕਿਹੜੀ ਜ਼ਿਆਦਾ ਸਟੇਬਲ ਹੋਏਗੀ। ਸੋ ਇਹਦੇ ਵਿੱਚ ਅਗਰ ਕੈਪੀਟਲ ਐਲ ਵੈਲਿਊ ਦੇਖੀਏ ਤਾਂ +2 +1 3 ਹੋ ਜਾਏਗੀ। ਹੁਣ ਮੈਂ ਸ਼ਾਰਟਕਟ ਆਪਾਂ ਹੁਣ ਕਿਉਂਕਿ ਸਮਝ ਲਿਆ ਇਸ ਕਰਕੇ ਹੁਣ ਮੈਂ ਡਾਇਰੈਕਟ ਵੀ ਲਿਖਾਂਗਾ ਕੁਝ ਚੀਜ਼ਾਂ। +2 +1 ਇਹਦੇ ਵਿੱਚ ਵੀ ਐਮ ਐਲ ਵੈਲਿਊ 3 ਹੈ, ਐਮ ਐਲ ਵੈਲਿਊ 3 ਹੋਣ ਕਰਕੇ ਇਹ 'ਚ ਵੀ ਜਿਹੜਾ ਹੈ ਐਲ ਵੈਲਿਊ ਸੇਮ ਆ ਗਈ 3, ਠੀਕ ਹੈ ਜੀ, ਸਮੇਸ਼ਨ ਕਰਕੇ। ਬਟ तो सो इन्होंने 3 वैल्यूज़ तो जो टर्म बन रही है वो तो एफ आ जाएगी दोनों के विच। लेकिन अगे अगर स्पिन मल्टीप्लिसिटी देखिए, स्पिन मल्टीप्लिसिटी हाफ प्लस हाफ स्पिन वैल्यू 1 है, इधर स्पिन वैल्यू 0 है क्योंकि हाफ प्लस माइनस हाफ, इधर स्पिन वैल्यू 0 है, इधर स्पिन वैल्यू हाफ प्लस हाफ 1 है। सो 2s + 1 3 आ जाएगा, इधर 2s + 1 1 आ जाएगा। इधर स्पिन मल्टीप्लिसिटी 1 आ रही है, इनू सिंगलेट स्टेट बोल दिता जाता। इधर स्पिन मल्टीप्लिसिटी 3 आ रही है, इनू ट्रिपलेट स्टेट बोल दिता जाता। 3 स्पिन मल्टीप्लिसिटी 1 स्पिन मल्टीप्लिसिटी। तो इन्हां दोनों दे विचों जिहदी स्पिन मल्टीप्लिसिटी हायर है, हायर स्पिन मल्टीप्लिसिटी वो ज़्यादा स्टेबल होएगी स्टेट। सो इन्होंने दोनों को भी अगर कंपेयर करना हो तो ये वाली स्टेट ज़्यादा स्टेबल है। सो आप कहने भी एक इलैक्ट्रॉन फिल करते हैं, एक इलैक्ट्रॉन फिल करने नाल ये भी जरूरी है भी वो सेम स्पिन च होने चाहिए। सेम स्पिन च होणगे तो ज़्यादा स्टेबल स्टेट होगी, उसकी एनर्जी लो होएगी। ये पॉइंट हो गया जी। तो ये 2 पॉइंट बहुत इंपॉर्टेंट ने। तो टर्म्स केड़ी टर्म ज़्यादा स्टेबल है, टर्म मतलब एनर्जी स्टेट, केड़ी एनर्जी स्टेट लोअर एनर्जी दी है, केड़ी हायर एनर्जी दी है, इन्हां चीज़ों तो ये पता लग जाता। थर्ड चीज़ है जो आप गल की कि स्पिन एंगुलर मोमेंटम ते ऑर्बिटल एंगुलर मोमेंटम एक दूजे नाल इंटरफेयर कर सकदियां ने। इंटरफेयरिंग दे टाइम जेकर इन्हां दोनों चों केड़ी लो एनर्जी च होएगी वो गल अगर देखनी है तो असीं सिंपल देखांगे। अगर सिस्टम जिहड़ा है मोर दैन हाफ फिल्ड है तो L+S स्टेट ज़्यादा स्टेबल होएगी, अगर वो लैस दैन हाफ फिल्ड है तो L-S। जिमें D2 कॉन्फिगरेशन है या D3 कॉन्फिगरेशन है, ये लैस दैन हाफ फिल्ड ने, हाफ फिल्ड ये D5 ते होएगा तो D5 तो नीचे नीचे जिहड़े ने L-S ज़्यादा स्टेबल होएगी। जे वैल्यू आपां जे वैल्यू की गल कर रहे हैं जिहड़ा कि स्पिन ते ऑर्बिटल कपलिंग तो आंदा है। ये चीज़ बहुत डिटेल च आपां अगे भी करनी है कोआर्डिनेशन दे विच। सो इन्हां चीज़ां नूं हले मैं इंट्रोड्यूस कर रहे हैं इत्थे। कुछ हद तक थोनों जिन्ना कैमिकल बॉन्डिंग चाहिए आपां नूं पता होना चाहिए उन्ना इत्थे पता लग जाएगा। बाकी जी मोर डिटेल है, डीपर डिटेल है होर ज़्यादा वो थोनों अगले टॉपिक्स भी मिलती रहेगी ज़्यादा, ठीक है जी। ओके, सो D5 तो ज़्यादा जिहड़ा होएगा वो L+S स्टेबल स्टेट, ते D5 तो घट जिहड़ा होएगा वो L-S स्टेबल स्टेट है। D5 दे लई तुसीं जब देखोगे तो जिहड़ा कैपिटल L वैल्यू है 0 हो जाती है हाफ फिल्ड लई, टोटल हाफ फिल्ड दे लई। ये हाफ फिल्ड है +2 +1 0 -1 -2 कैंसल आउट हो जाएंगे, कैपिटल L वैल्यू 0 आ जाएगी। तो कैपिटल L वैल्यू अगर 0 आ गई तो L-S दा मॉड और L+S दा मॉड तो सेम वैल्यू देगा। इस करके ये इन्ना सिग्निफिकेंट नहीं रहता, क्योंकि जे L वैल्यू 0 होगी, बहुत ध्यान नाल सुनियो, जे L वैल्यू 0 होगी तो S वैल्यू एग्जिस्ट कर रही है तो दोनों दे दोनों विचों किसी एक दे 0 हो जाण नाल ये आपस च कपल नहीं कर पाएंगे। ऑब्वियसली जो एक चीज़ दोनों जो एक चीज़ एग्जिस्ट नहीं कर रही, एक एंगुलर मोमेंटम एग्जिस्ट नहीं कर रही तो उसका मैग्नीट्यूड नहीं है कोई, तो उन्होंने इंटरफेरेंस भी नहीं होएगी। इंटरफेरेंस नहीं होएगी तो जे वैल्यू लिखने का कोई सिग्निफिकेंस नहीं है। इस करके एग्जैक्टली हाफ फील्ड लिए असीं ये चीज़ नहीं लिखांगे। आई होप तुसी पॉइंट समझ रहे हो। बड़ी देखो इन्हां बहुत इंपॉर्टेंट पॉइंट्स नूं आपां एक थोड़े जे टाइम दे विच ही कन्वे कर दिंदे आ, बट इनू बार बार सुनना, बार बार लिखना
ਪਹਿਲਾਂ ਵੀ ਮੈਂ ਸ਼ੇਅਰ ਕੀਤਾ ਇਹ ਪੁਆਇੰਟ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਜਾਂ ਜਿਹੜੇ ਆਪਣਾ ਸਪੈਸੀਫਿਕ ਜੁੜੇ ਹੋਏ ਨੇ ਕਿ ਹਰ ਇੱਕ ਵੀਡੀਓ ਨੂੰ YouTube ਵੀਡੀਓ ਨੂੰ ਜਦੋਂ ਵੀ ਤੁਸੀਂ ਦੇਖਦੇ ਹੋ ਤਾਂ ਉਹਨੂੰ ਕਾਪੀ ਪੈਨ ਲੈ ਕੇ ਨਾਲ ਬੈਠੋ, ਉਹਦੇ ਵਿੱਚ ਪਿਛਲੀ ਵੀਡੀਓ ਤੋਂ ਅਗਲਾ ਪਾਰਟ ਜਿੰਨਾ ਵੀ ਆਪਾਂ ਪੜ੍ਹਿਆ ਉਹਨੂੰ ਲਿਖਦੇ ਜਾਓ। ਉਹਨੂੰ ਲਿਖਦੇ ਜਾਓਗੇ ਤਾਂ ਤੁਹਾਡੇ ਕੋਲ ਇੱਕ ਇਕੱਠਾ ਹੁੰਦਾ ਜਾਏਗਾ, ਇੱਕੋ ਜਗ੍ਹਾ 'ਤੇ ਸਾਰੀ ਚੀਜ਼ ਆ ਜਾਏਗੀ ਤਾਂ ਰਿਵਾਈਜ਼ ਕਰਨਾ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ ਅਤੇ ਬਹੁਤ ਉਹ ਵਧੀਆ ਮਟੀਰੀਅਲ ਤਿਆਰ ਹੋ ਜਾਏਗਾ ਜਿਹੜਾ ਕਿ ਤੁਹਾਨੂੰ ਵਾਕਈ ਹੈਲਪ ਕਰੇਗਾ ਬਾਅਦ ਵਿੱਚ। ਜੇ ਕੋਈ ਬਹੁਤ ਹੀ ਜ਼ਿਆਦਾ ਚੀਜ਼ ਲੱਗੇ ਵੀ ਇਹ 'ਚ ਕੁਛ ਮਿਸਿੰਗ ਹੈ ਤਾਂ ਉਹ ਵੀਡੀਓ ਦੁਬਾਰਾ ਦੇਖੋ। ਜੇ ਫਿਰ ਵੀ ਨਹੀਂ ਸਮਝ ਆਉਂਦਾ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਆਹ ਚੀਜ਼ ਕਿਵੇਂ ਹੈ, ਠੀਕ ਹੈ। ਤਾਂ ਉਹ 'ਤੇ ਸਪੈਸੀਫਿਕ ਮੈਂ ਤੁਹਾਡਾ ਜਦੋਂ ਕਮੈਂਟ ਮਿਲ ਜਾਏਗਾ ਤਾਂ ਉਹ 'ਤੇ ਜ਼ਰੂਰ ਆਪਾਂ ਡਿਸਕਸ ਕਰਾਂਗੇ।